ਜੈਤੂਨ ਬਾਨੋ ਦੀ ਕਹਾਣੀ ਹੈ। ਤੀਲਿਆਂ ਦਾ ਪੁਲ। ਸਬਰੋ ਆਂਟੀ ਸਾਡੇ ਘਰ ਕੰਮ ਕਰਦੀ ਹੈ। ਕਾਫੀ ਹੁਸ਼ਿਆਰ ਤੇ ਤੀਖਣ ਬੁੱਧੀ ਹੈ। ਇਸ ਲਈ ਮੈਂ ਪਸੰਦ ਕਰਦੀ ਹਾਂ ਕਿ ਮੇਰੇ ਕਮਰੇ ਦਾ ਕੰਮ ਕਰੇ। ਸਬਰੋ ਆਂਟੀ ਉਰਦੂ ਤੇ ਪਸ਼ਤੋ ਬੋਲਣਾ ਤੇ ਪੜ੍ਹਨਾ ਜਾਣਦੀ ਹੈ। ਮੈਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਘਾਹ ਫੂਸ ਦੇ ਪੱਤਿਆਂ ਦੀ ਝੌਂਪੜੀ 'ਚ ਰਹਿਣ ਵਾਲੇ ਇੱਕ ਪਾਲਿਸ਼ ਕਰਨ ਵਾਲੇ ਦੀ ਪਤਨੀ ਕਿਵੇਂ ਉਰਦੂ ਪੜ੍ਹ ਲੈਂਦੀ ਹੈ। ਪਰ ਉਹਨੇ ਮੈਨੂੰ ਦੱਸਿਆ ਕਿ ਬਟਵਾਰੇ ਤੋਂ ਪਹਿਲਾਂ ਕੁਝ ਸਮੇਂ ਲਈ ਯੂਪੀ 'ਚ ਰਹਿੰਦੀ ਰਹੀ ਹੈ। ਇਸ ਲਈ ਉਹਦੇ ਲਈ ਉਰਦੂ ਤੇ ਪਸ਼ਤੋ ਪੜ੍ਹਨਾ ਕੋਈ ਮੁਸ਼ਕਿਲ ਕੰਮ ਨਹੀਂ ਸੀ। ਉਹਨੇ ਪਸ਼ਤੋ ਛੋਟੀ ਉਮਰ 'ਚ ਇੱਕ ਅਧਿਆਪਕਾ ਮਿਸ ਕਿਸ਼ੂ ਕੋਲੋਂ ਸਿੱਖ ਲਈ ਸੀ ਅਤੇ ਇੱਕ ਸਕੂਲ ਦੀ ਵਿਦਿਆਰਥਣ ਕੋਲੋਂ ਹਿੰਦੁਸਤਾਨ 'ਚ ਉਰਦੂ ਸਿੱਖ ਲਈ ਸੀ। ਪਰ ਇੱਕ ਦਿਨ ਮੈਂ ਵੇਖਿਆ ਕਿ ਮੇਰੇ ਕਮਰੇ 'ਚ ਅੰਗਰੇਜ਼ੀ ਅਖਬਾਰ ਪਾਕਿਸਤਾਨ ਟਾਈਮਜ਼ ਪੜ੍ਹ ਰਹੀ ਸੀ। ਫਿਰ ਮੈਨੂੰ ਅਹਿਸਾਸ ਹੋਇਆ ਕਿ ਉਹ ਝੂਠੇ ਬਹਾਨੇ ਬਣਾ ਰਹੀ ਹੈ। ਮੈਂ ਸੋਚਿਆ ਉਹ ਇੱਕ ਬੁੱਧੀਮਾਨ ਔਰਤ ਹੈ ਅਤੇ ਸ਼ਾਇਦ ਤਸਵੀਰਾਂ ਦੇਖ ਰਹੀ ਹੋਵੇ। ਪਰ ਜਦੋਂ ਮੈਂ ਉਹਦੇ ਪਿੱਛੇ ਚੁੱਪਚਾਪ ਖਲੋਤੀ ਰਹੀ ਤਾਂ ਮੈਂ ਵੇਖਿਆ ਕਿ ਜਿਹੜਾ ਪੰਨਾ ਉਹਦੇ ਸਾਹਮਣੇ ਖੁੱਲ੍ਹਾ ਹੋਇਆ ਸੀ ਉਹਦੇ 'ਤੇ ਕੋਈ ਤਸਵੀਰ ਨਹੀਂ ਸੀ। ਉਹ ਅਖਬਾਰ ਪੜ੍ਹ ਰਹੀ ਸੀ। ਮੈਂ ਅਚਾਨਕ ਉਹਦੇ ਹੱਥਾਂ ਨੂੰ ਫੜ ਲਿਆ ਅਤੇ ਅਖਬਾਰ ਉਸ ਕੋਲੋਂ ਖੋਹ ਲਈ। ਸਬਰੋ ਨੇ ਘਬਰਾ ਕੇ ਮੇਰੇ ਵੱਲ ਦੇਖਿਆ ਅਤੇ ਫਿਰ ਸ਼ਰਮਾ ਕੇ ਨੀਵੀਂ ਪਾ ਲਈ। ਉਹਦੇ ਬੁੱਲ੍ਹਾਂ 'ਤੇ ਨਿੰਮੀ ਮੁਸਕਰਾਹਟ ਸੀ। ਆਂਟੀ, ਹੁਣ ਤੁਸੀਂ ਕਿਹੜਾ ਬਹਾਨਾ ਬਣਾਓਗੇ? ਤੁਸੀਂ ਵਲਾਇਤ 'ਚ ਕਿੰਨੀ ਦੇਰ ਰਹਿੰਦੇ ਰਹੇ ਹੋ? ਤੁਸੀਂ ਅੰਗਰੇਜ਼ੀ ਵੀ ਸਿੱਖੀ ਹੈ? ਉਹ ਖੜੀ ਹੋਈ, ਤੁਰ ਪਈ ਅਤੇ ਦਰਵਾਜ਼ਾ ਬੰਦ ਕਰਕੇ ਵਾਪਸ ਆ ਗਈ, ਪਰ ਹੰਝੂ ਭਰੀਆਂ ਅੱਖਾਂ ਨਾਲ ਝਾੜੂ ਕੋਲ ਬੈਠ ਗਈ। ਮੈਨੂੰ ਅਹਿਸਾਸ ਹੋਇਆ ਕਿ ਉਹਦੀ ਇਸ ਕਾਰਵਾਈ ਪਿੱਛੇ ਕੁਝ ਰਾਜ਼ ਹੈ, ਪਰ ਇਹ ਕੀ ਹੋ ਸਕਦਾ ਹੈ? ਆਂਟੀ ਜੀ, ਤੁਸੀਂ ਮਾਯੂਸ ਕਿਉਂ ਹੁੰਦੇ ਹੋ? ਜ਼ਿੰਦਗੀ ਅਜੀਬੋ-ਗਰੀਬ ਢੰਗਾਂ ਨਾਲ ਚੱਲਦੀ ਰਹਿੰਦੀ ਹੈ। ਉਦਾਸੀ ਨੂੰ ਕੋਈ ਫਲ ਨਹੀਂ ਲੱਗਦੇ। ਮੈਨੂੰ ਆਪਣੀ ਕਹਾਣੀ ਦੱਸੋ, ਹੋ ਸਕਦਾ ਮੈਂ ਤੁਹਾਡੀ ਮਦਦ ਕਰ ਸਕਾਂ। ਜਦੋਂ ਮੈਂ ਇੰਨਾ ਕਿਹਾ ਤਾਂ ਰੋਣ ਲੱਗ ਪਈ ਅਤੇ ਸਿਸਕੀਆਂ ਲੈਣ ਲੱਗ ਪਈ। ਜਦੋਂ ਉਹਦਾ ਦਿਲ ਕੁਝ ਹਲਕਾ ਹੋ ਗਿਆ ਤਾਂ ਉਹਨੇ ਸਿਰੋਂ ਤਾਂਹ ਚੁੱਕਿਆ। ਬੀਬੀ, ਅਸੀਂ ਕਿਸਮਤ ਦੇ ਹੱਥਾਂ 'ਚ ਕਠਪੁਤਲੀ ਹਾਂ, ਪਰ ਮੈਂ ਆਪਣੇ ਕਰਮਾਂ ਦਾ ਹੀ ਦੁੱਖ ਭੋਗ ਰਹੀ ਹਾਂ। ਉਹਨੇ ਰੁੱਕ ਕੇ ਕਿਹਾ, ਇਨਸਾਨ ਜੋ ਕੁਝ ਵੀ ਕਰਦਾ ਉਹ ਰੱਬ ਦੀ ਰਜ਼ਾ 'ਚ ਕਰਦਾ ਹੈ। ਮੈਂ ਇਹ ਮਨਸ਼ਾ ਨਾਲ ਇਹ ਵਾਕ ਬੋਲਿਆ ਤਾਂ ਜੋ ਆਪਣੀ ਗੱਲ ਜਾਰੀ ਰੱਖੇ। ਰੱਬ ਦੀ ਰਜ਼ਾ ਨਾਲ ਨਹੀਂ, ਸ਼ੈਤਾਨ ਦੀ ਮਰਜ਼ੀ ਅਨੁਸਾਰ। ਉਹਦੀ ਆਵਾਜ਼ ਗੁੱਸੇ ਅਤੇ ਉਦਾਸੀ ਨਾਲ ਭਰੀ ਹੋਈ ਸੀ। ਉਹ ਫਿਰ ਰੁਕ ਗਈ। ਠੀਕ, ਪਰ ਆਂਟੀ, ਮਾਮਲਾ ਕੀ ਸੀ? ਤੁਸੀਂ ਮੈਨੂੰ ਆਪਣੀ ਕਹਾਣੀ ਨਹੀਂ ਦੱਸੋਗੇ? ਮੈਂ ਜ਼ੋਰ ਪਾਇਆ। ਮੈਂ ਤੈਨੂੰ ਦੱਸਦੀ ਹਾਂ ਬੀਬੀ। ਉਹਨੇ ਫਿਰ ਰੋਣਾ ਸ਼ੁਰੂ ਕਰ ਦਿੱਤਾ ਅਤੇ ਮੇਰੇ ਪੈਰ ਛੂਹਣ ਲੱਗ ਪਈ। ਮੈਂ ਉਹਨੂੰ ਫੜ ਕੇ ਸਿੱਧੀ ਕੀਤਾ ਅਤੇ ਉਹਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ। ਮੈਂ ਉਹਨੂੰ ਭਰੋਸਾ ਦਿਵਾਇਆ ਕਿ ਮੈਂ ਕਿਸੇ ਹੋਰ ਨੂੰ ਨਹੀਂ ਦੱਸਾਂਗੀ। ਮੇਰੇ ਵੱਲੋਂ ਭਰੋਸਾ ਦਿਵਾਉਣ 'ਤੇ ਉਹਨੇ ਹਿੰਮਤ ਜੁਟਾਈ, ਆਪਣੇ ਆਪ ਨੂੰ ਸੰਭਾਲਿਆ ਅਤੇ ਆਪਣੀਆਂ ਅੱਖਾਂ ਉਤਾਂਹ ਚੁੱਕ ਕੇ ਆਪਣੀ ਕਹਾਣੀ ਸ਼ੁਰੂ ਕੀਤੀ। ਪਰ ਉਹਨੇ ਪਹਿਲਾਂ ਮੇਰੇ ਕੋਲੋਂ ਇਹ ਵਚਨ ਲਿਆ ਕਿ ਮੈਂ ਉਹਨਾਂ ਕਿਰਦਾਰਾਂ ਦੇ ਨਾਵਾਂ ਬਾਰੇ ਜਾਣਨ ਲਈ ਜ਼ੋਰ ਨਹੀਂ ਪਾਵਾਂਗੀ ਜਿਨ੍ਹਾਂ ਦੇ ਨਾਂ ਉਹ ਦੱਸਣਾ ਨਹੀਂ ਚਾਹੁੰਦੀ। ਬੀਬੀ, ਮੈਂ ਮੈਟ੍ਰਿਕ ਪਾਸ ਕੀਤੀ ਹੈ। ਮੇਰੇ ਪਿਤਾ ਜੀ ਇੱਕ ਸਰਦੇ ਪੁੱਜਦੇ ਵਿਅਕਤੀ ਸਨ। ਮੈਂ ਇਸੇ ਖੇਤਰ ਦੀ ਨਿਵਾਸੀ ਹਾਂ। ਮੈਨੂੰ ਉਚੇਰੀ ਵਿਦਿਆਲੀ ਕਾਲਜ ਭੇਜਿਆ ਗਿਆ ਸੀ ਅਤੇ ਮੈਂ ਹੋਸਟਲ 'ਚ ਰਹਿ ਰਹੀ ਸੀ। ਮੈਨੂੰ ਜਲਦੀ ਹੋਰ ਲੜਕੀਆਂ ਵਿੱਚ ਪ੍ਰਸਿੱਧੀ ਪ੍ਰਾਪਤ ਹੋ ਗਈ। ਹਰ ਕੋਈ ਕਹਿੰਦੀ ਸੀ ਮੈਂ ਇੱਕ ਅਦਾਕਾਰਾ ਵਾਂਗ ਜਾਪਦੀ ਹਾਂ, ਬਲਕਿ ਉਸ ਨਾਲੋਂ ਵੀ ਖੂਬਸੂਰਤ ਲੱਗਦੀ ਹਾਂ। ਮੇਰੀ ਆਵਾਜ਼ ਵੀ ਮਿੱਠੀ ਸੀ। ਵਿਹਲੇ ਸਮੇਂ 'ਚ ਲੜਕੀਆਂ ਇਕੱਠੀਆਂ ਹੋ ਕੇ ਮੇਰੇ ਕੋਲੋਂ ਗਾਣੇ ਸੁਣਿਆ ਕਰਦੀਆਂ ਸਨ। ਉਹਨਾਂ ਨੇ ਮੈਨੂੰ ਉਸ ਐਕਟਰੈਸ ਦੀਆਂ ਤਸਵੀਰਾਂ ਵੀ ਦਿੱਤੀਆਂ। ਜਦੋਂ ਮੈਂ ਸ਼ੀਸ਼ੇ 'ਚ ਆਪਣਾ ਚਿਹਰਾ ਤੱਕਦੀ ਅਤੇ ਫਿਰ ਉਹਦੀ ਤਸਵੀਰ ਵੱਲ ਵੇਖਦੀ ਤਾਂ ਮੈਨੂੰ ਉਹਦੇ 'ਤੇ ਆਪਣੇ 'ਚ ਕੋਈ ਫਰਕ ਨਾ ਜਾਪਦਾ। ਕਈ ਵਾਰ ਮੈਨੂੰ ਲੱਗਦਾ ਕਿ ਮੈਂ ਉਹਦੇ ਨਾਲੋਂ ਵੀ ਵੱਧ ਖੂਬਸੂਰਤ ਹਾਂ। ਉਹਨੇ ਦੁਬਾਰਾ ਮੇਰੇ ਵੱਲ ਦੇਖਿਆ। ਮੈਨੂੰ ਨਹੀਂ ਪਤਾ ਉਹ ਮੇਰੇ ਚਿਹਰੇ ਤੋਂ ਕੀ ਅੰਦਾਜ਼ਾ ਲਗਾਉਣਾ ਚਾਹੁੰਦੀ ਸੀ, ਪਰ ਉਹਨੇ ਫਿਰ ਨੀਵੀਂ ਪਾ ਕੇ ਆਪਣੀ ਗੱਲਬਾਤ ਸ਼ੁਰੂ ਕਰ ਦਿੱਤੀ। ਹੁਣ ਮੈਂ ਫਿਲਮੀ ਮੈਗਜ਼ੀਨ ਪੜ੍ਹਨ ਨੂੰ ਵੱਧ ਸਮਾਂ ਦੇਣ ਲੱਗ ਪਈ। ਮੈਂ ਉਹਦੀ ਸਫਲਤਾ ਦੀਆਂ ਕਹਾਣੀਆਂ ਅਤੇ ਹੋਰ ਅਭਿਨੇਤਰੀਆਂ ਦੀਆਂ ਕਹਾਣੀਆਂ ਵੀ ਪੜ੍ਹੀਆਂ। ਮੈਨੂੰ ਮਨੁੱਖੀ ਸੁਭਾਅ ਦੀ ਕਮਜ਼ੋਰੀ ਨੇ ਗੁੰਮਰਾਹ ਕਰ ਦਿੱਤਾ। ਮੈਂ ਆਪਣੇ ਆਪ ਨੂੰ ਬਦਕਿਸਮਤ ਸਮਝਿਆ ਕਿ ਇੰਨੀ ਸੁੰਦਰ ਹੋਣ ਦੇ ਬਾਵਜੂਦ ਵੀ ਗੁੰਮਨਾਮੀ ਦੀ ਜ਼ਿੰਦਗੀ ਜੀ ਰਹੀ ਹਾਂ। ਕਿਉਂ ਨਾ ਮੈਂ ਆਪਣੀ ਪ੍ਰਤਿਭਾ ਦੀ ਖੋਜ ਕਰਾਂ, ਕਿਉਂ ਨਾ ਮੈਂ ਪ੍ਰਸਿੱਧੀ ਕਮਾਵਾਂ। ਦਿਨ ਰਾਤ ਮੈਂ ਇਹਨਾਂ ਹੀ ਖਿਆਲਾਂ 'ਚ ਖੋਈ ਰਹਿੰਦੀ। ਮੇਰੇ ਵਿਚਾਰ ਇੱਕ ਭੁਲੇਖੇ 'ਚ ਬਦਲ ਗਏ ਅਤੇ ਮੈਨੂੰ ਇੱਕ ਨਵੀਂ ਦਿਸ਼ਾ ਵੱਲ ਲੈ ਤੁਰੇ। ਜਦੋਂ ਮੈਂ 11ਵੀਂ ਸ਼੍ਰੇਣੀ 'ਚੋਂ ਫੇਲ ਹੋ ਗਈ ਤਾਂ ਮੈਨੂੰ ਬਿਲਕੁਲ ਵੀ ਚਿੰਤਾ ਨਾ ਹੋਈ। ਮੇਰੇ 'ਤੇ ਸਿਰਫ ਇਹੋ ਭੂਤ ਸਵਾਰ ਰਹਿੰਦਾ ਕਿ ਮੈਂ ਕਿਵੇਂ ਹੋਰ ਅਭਿਨੇਤਰੀਆਂ ਦੀ ਤਰ੍ਹਾਂ ਪ੍ਰਸਿੱਧੀ ਖੱਟ ਸਕਦੀ ਹਾਂ। ਮੈਂ ਆਪਣੀ ਇੱਛਾ ਦਾ ਜ਼ਿਕਰ ਆਪਣੀਆਂ ਕੁਝ ਸਹੇਲੀਆਂ ਕੋਲ ਕੀਤਾ। ਮੇਰੀਆਂ ਜ਼ਿਆਦਾਤਰ ਸਹੇਲੀਆਂ ਨੇ ਇਹਦਾ ਵਿਰੋਧ ਕੀਤਾ, ਪਰ ਇੱਕ ਦੋ ਨੇ ਮੈਨੂੰ ਆਪਣੀ ਪ੍ਰਤਿਭਾ ਅਜ਼ਮਾਉਣ ਲਈ ਉਕਸਾਇਆ। ਉਹਨਾਂ ਮੈਨੂੰ ਇਹ ਵੀ ਦੱਸਿਆ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ।
ਆਖਰਕਾਰ ਇੱਕ ਦਿਨ ਮੈਂ ਕੁਝ ਦਿਨਾਂ ਦੀਆਂ ਛੁੱਟੀਆਂ 'ਤੇ ਆਪਣੇ ਘਰ ਗਈ। ਮੈਂ 1350 ਰੁਪਏ ਚੋਰੀ ਕਰ ਲਏ ਅਤੇ ਕਾਲਜ ਜਾਣ ਦੇ ਬਹਾਨੇ ਘਰੋਂ ਚਲੀ ਗਈ। ਜਿਉਂ ਹੀ ਆਂਟੀ ਨੇ ਬਕਸੇ ਵਿੱਚੋਂ ਜਾਂ ਰੱਬ ਜਾਣੇ ਕਿਸੇ ਹੋਰ ਥਾਂ ਤੋਂ ਪੈਸੇ ਚੋਰੀ ਕਰਨ ਦੀ ਉਸ ਵਾਰਦਾਤ ਬਾਰੇ ਆਖਰੀ ਕੁਝ ਸ਼ਬਦ ਬੋਲੇ ਤਾਂ ਕੰਬ ਉੱਠੀ। ਉਹਨੇ ਝਾੜੂ 'ਚੋਂ ਇੱਕ ਤੀਲਾ ਕੱਢਿਆ ਅਤੇ ਅਣਜਾਣੇ 'ਚ ਹੀ ਤੋੜ ਕੇ ਉਹਦੇ ਕਈ ਟੁਕੜੇ ਕਰ ਦਿੱਤੇ ਅਤੇ ਚੁੱਪ ਰਹੀ। ਉਹ ਕੁਝ ਖਿਆਲਾਂ 'ਚ ਖੋਈ ਹੋਈ ਸੀ। ਮੈਨੂੰ ਡਰ ਸੀ ਕਿ ਉਹਨੂੰ ਕੋਈ ਕੰਮ ਕਰਨ ਲਈ ਨਾ ਬੁਲਾ ਲਵੇ ਅਤੇ ਕਹਾਣੀ ਬੰਦ ਹੋ ਜਾਏ। ਉਹਨੂੰ ਹੁਣ ਕਹਾਣੀ ਅੱਧ ਵਿਚਕਾਰ ਨਹੀਂ ਛੱਡਣੀ ਚਾਹੀਦੀ। ਮੈਂ ਮਹਿਸੂਸ ਕੀਤਾ ਕਿ ਉਹ ਬਾਕੀ ਦੀ ਕਹਾਣੀ ਸ਼ਾਇਦ ਭੁੱਲ ਗਈ ਹੋਵੇ ਜਾਂ ਹੋ ਸਕਦਾ ਮੈਨੂੰ ਦੱਸਣੀ ਨਾ ਚਾਹੁੰਦੀ ਹੋਵੇ। ਮੈਂ ਉਹਨੂੰ ਕਾਹਲੀ ਨਾਲ ਪੁੱਛਿਆ, ਠੀਕ ਹੈ ਆਂਟੀ, ਜਦੋਂ ਤੁਸੀਂ ਪੈਸੇ ਚੁਰਾ ਕੇ ਬੰਬਈ ਪੁੱਜੇ ਤਾਂ ਕੀ ਹੋਇਆ? ਮੇਰੇ ਸਵਾਲ 'ਤੇ ਉਹ ਕੁਝ ਬੌਂਦਲ ਗਈ, ਪਰ ਛੇਤੀ ਉਹਨੂੰ ਚੇਤੇ ਆ ਗਿਆ ਕਿ ਮੈਂ ਉਹਦੀ ਕਹਾਣੀ ਸੁਣ ਰਹੀ ਹਾਂ, ਤਾਂ ਉਹਨੇ ਫੇਰ ਕਹਿਣਾ ਸ਼ੁਰੂ ਕੀਤਾ। ਫੇਰ ਸੰਖੇਪ 'ਚ ਇਹ ਕਿ ਮੈਂ ਚੜਕ ਮੜਕ ਦੀ ਦੁਨੀਆ 'ਚ ਪਹੁੰਚ ਗਈ। ਇੱਕ ਨਿਰਦੇਸ਼ਕ ਨੇ ਮੈਨੂੰ ਪਹਿਲੀ ਨਜ਼ਰੇ ਹੀ ਪਸੰਦ ਕਰ ਲਿਆ। ਰੂਟੀਨ ਵਜੋਂ ਮੇਰੀ ਆਵਾਜ਼ ਮਾਈਕ੍ਰੋਫੋਨ 'ਤੇ ਅਤੇ ਮੇਰੀ ਦਿੱਖ ਮੂਵੀ ਕੈਮਰੇ 'ਤੇ ਟੈਸਟ ਕੀਤੀ ਗਈ। ਮੈਂ ਦੋਵੇਂ ਟੈਸਟ ਪਾਸ ਕਰ ਲਏ। ਕੁਝ ਵੀ 4 ਵਟਾਂਦਰੇ ਤੋਂ ਬਾਅਦ ਮੈਨੂੰ ਨੂਰੀ ਨਾਮ ਦਿੱਤਾ ਗਿਆ, ਜੋ ਕਿ ਉਸ ਅਭਿਨੇਤਰੀ ਨਾਲ ਕਾਫੀ ਮਿਲਦਾ ਜੁਲਦਾ ਸੀ। ਇੱਕ ਨਵੀਂ ਫਿਲਮ ਦੀ ਸ਼ੂਟਿੰਗ ਅਗਲੇ ਦਿਨ ਸ਼ੁਰੂ ਹੋਣੀ ਸੀ। ਡਾਇਰੈਕਟਰ ਨੇ ਮੈਨੂੰ ਇਸ ਵਿੱਚ ਛੋਟੀ ਜਿਹੀ ਭੂਮਿਕਾ ਦਿੱਤੀ। ਰਾਤ ਬੀਤ ਗਈ। ਉਸ ਰਾਤ ਮੈਂ ਹੋਟਲ 'ਚ ਰੁਕੀ। ਅਗਲੀ ਸਵੇਰ ਮੈਂ ਡਾਇਰੈਕਟਰ ਦੀ ਕਾਰ 'ਚ ਬੈਠ ਕੇ ਸਟੂਡੀਓ ਗਈ। ਉੱਥੇ ਇੱਕ ਫੰਕਸ਼ਨ ਦਾ ਪ੍ਰਬੰਧ ਕੀਤਾ ਗਿਆ ਸੀ। ਅੰਤ ਵਿੱਚ ਮੇਰੀ ਕੁਝ ਅਦਾਕਾਰਾਂ ਅਤੇ ਅਭਿਨੇਤਰੀਆਂ ਨਾਲ ਜਾਣ ਪਛਾਣ ਕਰਾਈ ਗਈ। ਫਿਰ ਡਾਇਰੈਕਟਰ ਨੇ ਇੱਕ ਸੰਖੇਪ ਭਾਸ਼ਣ ਦਿੱਤਾ। ਉਹਨੇ ਸੁਝਾਅ ਦਿੱਤਾ ਕਿ ਕਿਉਂਕਿ ਮੈਂ ਮਹਿਮਾਨ ਹਾਂ ਅਤੇ ਉਸ ਵਾਤਾਵਰਨ 'ਚ ਬਿਲਕੁਲ ਨਵੀਂ ਸਾਂ, ਇਸ ਲਈ ਮੈਨੂੰ ਹੋਟਲ ਦੀ ਬਜਾਏ ਉਹਦੇ ਬੰਗਲੇ 'ਚ ਠਹਿਰਨਾ ਚਾਹੀਦਾ। ਮੈਂ ਡਾਇਰੈਕਟਰ ਦੇ ਨਿਵਾਸ ਸਥਾਨ 'ਤੇ ਚਲੀ ਗਈ। ਉਹਦਾ ਵਿਹਾਰ ਮੇਰੇ ਨਾਲ ਕਾਫੀ ਦਿਆਲੂ ਸੀ ਅਤੇ ਮੇਰਾ ਧਿਆਨ ਰੱਖਦਾ ਸੀ। ਸਟੂਡੀਓ ਤੋਂ ਵਾਪਸ ਆਉਣ ਉਪਰੰਤ ਉਹ ਮੇਰੇ ਨਾਲ ਰਿਹਰਸਲ ਸ਼ੁਰੂ ਕਰਦਾ। ਉਹਨੇ ਇੱਕ ਛੋਟਾ ਜਿਹਾ ਰੋਮਾਂਟਿਕ ਨਾਟਕ ਤਿਆਰ ਕੀਤਾ, ਜਿਸ 'ਚ ਉਹਨੇ ਪ੍ਰੇਮੀ ਦੇ ਤੌਰ 'ਤੇ ਭੂਮਿਕਾ ਨਿਭਾਉਣੀ ਸੀ ਅਤੇ ਮੈਂ ਉਹਦੀ ਪ੍ਰੇਮਿਕਾ ਦੀ। ਉਹਨੇ ਸਭ ਕੁਝ ਬਿਲਕੁਲ ਸ਼ਰੀਫ ਇਨਸਾਨ ਦੀ ਤਰ੍ਹਾਂ ਕੀਤਾ। ਉਹਨੇ ਕਿਹਾ ਕਿ ਮੈਂ ਚਾਹੁੰਦਾ ਕਿ ਤੂੰ ਸਭ ਮਸ਼ਹੂਰ ਅਭਿਨੇਤਰੀਆਂ ਨੂੰ ਮਾਤ ਪਾ ਦੇ। ਮੈਂ ਕਲਪਨਾ ਕਰਦਾ ਕਿ ਪ੍ਰਸਿੱਧ ਡਾਇਰੈਕਟਰ ਅਤੇ ਪ੍ਰੋਡਿਊਸਰ ਆਪਣੇ ਹੱਥਾਂ 'ਚ ਕੰਟਰੈਕਟ ਲੈ ਕੇ ਕੰਟਰੈਕਟਾਂ 'ਤੇ ਹਸਤਾਖਰ ਕਰਾਉਣ ਲਈ ਤੇਰੇ ਅੱਗੇ ਖੜ੍ਹੇ ਹਨ ਅਤੇ ਆਪਣੀਆਂ ਫਿਲਮਾਂ ਦੇ ਕੰਟਰੈਕਟ ਸਾਈਨ ਕਰਨ ਲਈ ਤੈਨੂੰ ਬੇਨਤੀਆਂ ਕਰ ਰਹੇ ਹਨ। ਉਹ ਦਿਨ ਦੂਰ ਨਹੀਂ ਜਦੋਂ ਤੂੰ ਇੱਕ ਦਿਨ 'ਚ 10-12 ਕੰਟਰੈਕਟ ਸਾਈਨ ਕਰਿਆ ਕਰੇਗੀ। ਕਈ ਵਾਰ ਉਹ ਕਹਿੰਦਾ, ਨੂਰ ਜਹਾਂ ਕੀ ਹੈ, ਖੁਰਸ਼ੀਦ ਇਹਦੀ ਇੱਕ ਦਿਨ ਦੀ ਕਮਾਈ ਦਾ ਮੁੱਲ ਨਹੀਂ। ਸੁਰੱਈਆ ਕੀ ਹੈ, ਨੂਰੀ ਇਹਨਾਂ ਸਾਰੀਆਂ ਨੂੰ ਪਿੱਛੇ ਛੱਡ ਦੇਗੀ। ਕਈ ਵਾਰ ਉਹ ਮੈਨੂੰ ਸਲਾਹ ਦੇਣੀ ਸ਼ੁਰੂ ਕਰ ਦਿੰਦਾ, ਨੂਰੀ ਸਾਵਧਾਨ ਰਹੋ, ਹੋਰਨਾਂ ਅਭਿਨੇਤਰੀਆਂ ਦੀਆਂ ਗੱਲਾਂ ਵੱਲ ਧਿਆਨ ਨਾ ਦਿਓ। ਉਹ ਤੈਨੂੰ ਹਰ ਇੱਕ ਤੋਂ ਖਬਰਦਾਰ ਰਹਿਣ ਲਈ ਕਹਿਣਗੇ। ਜੇ ਤੂੰ ਸੱਚਮੁੱਚ ਪ੍ਰਸਿੱਧੀ ਪ੍ਰਾਪਤ ਕਰਨਾ ਚਾਹੁੰਦੀ ਹੈ ਤਾਂ ਇਹਨਾਂ ਸਭ ਤੋਂ ਬਚ ਕੇ ਰਹਿ। ਮੈਂ ਸੋਚਦੀ ਕਿ ਕਾਲਜ ਦੀਆਂ ਸਹੇਲੀਆਂ ਨੇ ਜੋ ਕੁਝ ਵੀ ਮੈਨੂੰ ਇਸ ਮਾਹੌਲ ਬਾਰੇ ਦੱਸਿਆ ਸੀ ਉਹ ਸੱਚ ਨਹੀਂ ਹੈ। ਇਹ ਇੱਥੇ ਮੇਰਾ 9ਵਾਂ ਦਿਨ ਸੀ। ਪਰ ਡਾਇਰੈਕਟਰ ਦੇ ਬਾਰੇ ਕੁਝ ਵੀ ਇਤਰਾਜ਼ਯੋਗ ਨੋਟਿਸ ਨਹੀਂ ਸੀ ਕੀਤਾ। ਪਰ ਉਹਨੇ ਮੈਨੂੰ ਕਿਹਾ ਕਿ ਸਿਰ ਸਕਾਰਫ ਨਾਲ ਨਾ ਢੱਕਿਆ ਕਰ, ਸਾੜੀ ਪਹਿਨਿਆ ਕਰ ਅਤੇ ਮੇਕਅਪ ਕਰਕੇ ਰੱਖਿਆ ਕਰ। ਫਿਰ ਇੱਕ ਦਿਨ ਉਹਨੇ ਮੈਨੂੰ 4 ਸਾੜੀਆਂ ਭੇਟ ਕੀਤੀਆਂ। ਸਾੜੀਆਂ ਦਾ ਜ਼ਿਕਰ ਕਰਕੇ ਸਬਰੋ ਆਂਟੀ ਪਰੇਸ਼ਾਨ ਹੋ ਗਈ ਸੀ। ਉਹਨੇ ਆਪਣੇ ਵੱਲ ਉੱਪਰ ਤੋਂ ਹੇਠਾਂ ਤੱਕ ਵੇਖਿਆ। ਜਦੋਂ ਉਹਨੇ ਦੇਖਿਆ ਕਿ ਉਹਨੇ ਸਾੜੀਆਂ ਦੀ ਬਜਾਏ ਮੋਟਾ ਕੱਪੜਾ ਪਹਿਨਿਆ ਹੋਇਆ ਤਾਂ ਉਹਨੇ ਸੁੱਖ ਦਾ ਸਾਹ ਲਿਆ। ਮੁਸਕਰਾਈ। ਮੈਂ ਉਹਨੂੰ ਛੇਤੀ ਕਹਾਣੀ ਖਤਮ ਕਰਨ ਲਈ ਕਿਹਾ ਤਾਂ ਜੋ ਕਿਧਰੇ ਮੇਰੀ ਮਾਂ ਉਹ ਸਮਝ ਗਈ ਅਤੇ ਫਿਰ ਸ਼ੁਰੂ ਹੋ ਗਈ। ਮੈਂ ਉਸ ਫਿਲਮ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਲੋਕਾਂ 'ਚ ਪ੍ਰਸਿੱਧੀ ਪ੍ਰਾਪਤ ਕਰ ਲਈ। ਹਰ ਰੋਜ਼ ਮੈਨੂੰ ਪਾਰਟੀਆਂ ਦੇ ਸੱਦੇ ਪ੍ਰਾਪਤ ਹੋਣੇ ਸ਼ੁਰੂ ਹੋ ਗਏ। ਮੇਰੇ ਉੱਥੇ ਪਹੁੰਚਣ ਦੇ 14ਵੇਂ ਦਿਨ ਅਸੀਂ ਲਿਵਿੰਗ ਰੂਮ 'ਚ ਬੈਠੇ ਸਾਂ ਅਤੇ ਨਿਰਦੇਸ਼ਕ ਨੇ ਬਹੁਤ ਹਲੀਮੀ ਨਾਲ ਮੈਨੂੰ ਆਪਣੇ ਨਾਲ ਸ਼ਾਦੀ ਕਰਨ ਲਈ ਕਿਹਾ। ਇਸ ਗੱਲ ਨੇ ਮੈਨੂੰ ਹੈਰਾਨ ਕਰ ਦਿੱਤਾ, ਪਰ ਡਾਇਰੈਕਟਰ ਨੇ ਜਲਦੀ ਮੈਨੂੰ ਯਕੀਨ ਦਿਵਾਇਆ ਕਿ ਅਜਿਹੀਆਂ ਥਾਵਾਂ 'ਤੇ ਹਰ ਕੁੜੀ ਦੀ ਇਸਮਤ ਖਤਰੇ 'ਚ ਰਹਿੰਦੀ ਹੈ। ਉਹਨੇ ਕਿਹਾ ਕਿ ਜੇਕਰ ਤੇਰੀ ਮੇਰੇ ਨਾਲ ਸ਼ਾਦੀ ਹੋਈ ਹੋਏਗੀ ਫਿਰ ਤੈਨੂੰ ਕੋਈ ਖਤਰਾ ਨਹੀਂ ਰਹੇਗਾ। ਸ਼ਾਦੀ ਕਰਨ ਨਾਲ ਤੇਰਾ ਦਰਜਾ ਵੱਧ ਜਾਏਗਾ, ਲੋਕੀ ਤੇਰਾ ਸਤਿਕਾਰ ਕਰਨਗੇ। ਮੈਂ ਇਹਦੇ ਬਾਰੇ ਸੋਚਿਆ ਅਤੇ ਇਹਨੂੰ ਸਹੀ ਕੰਮ ਸਮਝਿਆ। ਅਖੀਰ 'ਚ ਅਸੀਂ ਦੋਵਾਂ ਨੇ ਅਦਾਲਤ 'ਚ ਵਿਆਹ ਦੇ ਇਕਰਾਰਨਾਮੇ 'ਤੇ ਦਸਤਖਤ ਕਰ ਦਿੱਤੇ। ਉਹਨੇ ਮੈਨੂੰ ਕਿਹਾ ਕਿ ਮੈਂ ਕਿਸੇ ਨੂੰ ਨਾ ਦੱਸਾਂ। ਉੱਥੇ ਪਹੁੰਚਣ ਦੇ 2 ਮਹੀਨੇ ਦੇ ਅੰਦਰ ਅੰਦਰ ਮੈਂ 5 ਕੰਪਨੀਆਂ ਨਾਲ ਇਕਰਾਰਨਾਮਿਆਂ ਦੇ ਹਸਤਾਖਰ ਕੀਤੇ। ਉਹਨੇ ਜੋ ਮੈਨੂੰ ਦੱਸਿਆ ਸੀ ਉਸੇ ਤਰ੍ਹਾਂ ਹੋ ਰਿਹਾ ਸੀ, ਪਰ ਹੁਣ ਮੈਂ ਦਿਨ ਰਾਤ ਘਰੋਂ ਬਾਹਰ ਰਹਿਣ ਲੱਗ ਪਈ। ਮੈਂ ਇੱਕ ਸਟੂਡੀਓ ਛੱਡਦੀ ਦੂਜੇ ਚਲੀ ਜਾਂਦੀ, ਪਰ ਮੈਂ ਹਮੇਸ਼ਾ ਆਪਣੀ ਨੇਕਨਾਮੀ ਬਾਰੇ ਚੇਤੰਨ ਰਹਿੰਦੀ, ਕਿਸੇ ਨੂੰ ਵੀ ਆਪਣੇ ਨਾਲ ਖੁੱਲ੍ਹ ਲੈਣ ਦੀ ਆਗਿਆ ਨਾ ਦਿੰਦੀ।
ਜੋ ਵੀ ਬਾਹਰ ਵਾਪਰਦਾ ਮੈਂ ਉਹਦੇ ਬਾਰੇ ਆਪਣੇ ਪਤੀ ਨੂੰ ਦੱਸ ਦਿੰਦੀ। ਇੱਕ ਦਿਨ ਗੱਲਬਾਤ ਦੌਰਾਨ ਉਹ ਮੇਰੇ ਨਾਲ ਚਿੜ ਗਿਆ, ਪਰ ਮੈਂ ਚੁੱਪ ਰਹੀ ਕਿਉਂਕਿ ਮੈਨੂੰ ਉਸ ਵੱਲੋਂ ਮੇਰੇ ਤੇ ਕੀਤੇ ਅਹਿਸਾਨ ਤੇ ਦਿਆਲਤਾ ਦਾ ਵਤੀਰਾ ਚੇਤੇ ਆ ਗਿਆ। ਉਹਨੇ ਕਿਹਾ, ਧਰਮ ਦਾ ਕੋਈ ਅਰਥ ਨਹੀਂ, ਪੈਸਾ ਹੀ ਧਰਮ ਹੈ, ਵਰਨਾ ਤੂੰ ਕਿਸ ਲਈ ਮੇਰੇ ਨਾਲ ਸ਼ਾਦੀ ਕਰਾਉਂਦੀ, ਕਿਉਂਕਿ ਮੇਰੀ ਪਹਿਲੀ ਪਤਨੀ ਜਿਉਂਦੀ ਹੈ। ਮੇਰੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ, ਪਰ ਮੈਂ ਕਿਹਾ, ਮੈਂ ਤੁਹਾਡੇ ਕਹਿਣ 'ਤੇ ਹੀ ਤੁਹਾਡੇ ਨਾਲ ਸ਼ਾਦੀ ਕੀਤੀ ਹੈ, ਵਰਨਾ। ਉਹਨੇ ਮੇਰੀ ਗੱਲ ਨੂੰ ਟੋਕ ਕੇ ਕਿਹਾ ਕਿ ਜੇ ਤੂੰ ਸੱਚਮੁੱਚ ਮੇਰੀ ਪਤਨੀ ਹੈ ਤਾਂ ਤੂੰ ਹਰ ਵੇਲੇ ਬਾਹਰ ਕਿਉਂ ਰਹਿੰਦੀ ਹੈ? ਤੈਨੂੰ ਘਰ ਰਹਿਣਾ ਚਾਹੀਦਾ ਸੀ। ਤੇਰੀ ਕਮਾਈ ਦਾ ਕੀ ਲਾਭ? ਕਿਰਪਾ ਕਰਕੇ ਮੇਰਾ ਘਰ ਛੱਡੋ। ਅੱਜ ਤੋਂ ਮੈਂ ਤੈਨੂੰ ਤਲਾਕ ਦਿੰਦਾ। ਮੇਰੀ ਪਤਨੀ ਆਪਣੇ ਮਾਪਿਆਂ ਦੇ ਘਰੋਂ ਆ ਰਹੀ ਹੈ। ਉਹ ਕਿਸੇ ਅਜਨਬੀ ਔਰਤ ਨੂੰ ਇੱਥੇ ਦੇਖ ਕੇ ਕਦੇ ਬਰਦਾਸ਼ਤ ਨਹੀਂ ਕਰੇਗੀ। ਉਹਨੇ ਜੋ ਕਿਹਾ ਉਹ ਮੈਂ ਸੁਣਿਆ, ਪਰ ਮੈਂ ਬਿਲਕੁਲ ਸੁੰਨ ਹੋ ਗਈ। ਮੈਨੂੰ ਕੁਝ ਵੀ ਨਹੀਂ ਸੁੱਝ ਰਿਹਾ ਸੀ। ਮੈਂ ਉਮੀਦ ਕਰਦਾ ਕਿ ਤੁਸੀਂ ਆਪਣੀਆਂ ਸਾਰੀਆਂ ਚੀਜ਼ਾਂ ਵਸਤਾਂ ਨਾਲ ਮੇਰਾ ਘਰ ਛੱਡ ਦਿਓਗੇ। ਇਹ ਤੋਂ ਬਾਅਦ ਚੁੱਪ-ਚਾਂ ਹੋ ਗਈ। ਆਪਣੀ ਸੁਰਤ ਸੰਭਾਲਣ ਤੋਂ ਬਾਅਦ ਮੈਂ ਆਪਣਾ ਸੂਟਕੇਸ ਚੁੱਕਿਆ, ਹੋਟਲ ਚਲੀ ਗਈ ਜਿੱਥੇ ਮੈਂ ਪਹਿਲਾਂ ਰਹਿੰਦੀ ਰਹੀ ਸੀ। ਉੱਥੇ ਇੱਕ ਹੋਰ ਅਭਿਨੇਤਰੀ ਵੀ ਮੌਜੂਦ ਸੀ। ਅਸੀਂ ਭੈਣਾਂ ਬਣ ਗਈਆਂ। ਸਾਡਾ ਸਾਥ ਚੰਗਾ ਬਣ ਗਿਆ। ਮੈਂ ਉਹਨੂੰ ਆਪਣੀ ਵਿੱਥਿਆ ਦੱਸੀ ਤੇ ਕਿਹਾ ਕਿ ਮੈਂ ਅਦਾਲਤ 'ਚ ਜਾਣਾ ਚਾਹੁੰਦੀ ਹਾਂ। ਉਹਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਅਦਾਲਤ ਮੇਰੀ ਗੱਲ ਨਹੀਂ ਸੁਣੇਗੀ, ਸਗੋਂ ਉਹਦਾ ਸਮਰਥਨ ਕਰਨਗੇ, ਕਿਉਂਕਿ ਉਹ ਹਿੰਦੁਸਤਾਨ ਦਾ ਰੁਤਬੇ ਵਾਲਾ ਆਦਮੀ ਹੈ। ਇਸ ਲਈ ਮੈਂ ਚੁੱਪ ਰਹਿਣਾ ਹੀ ਠੀਕ ਸਮਝਿਆ, ਪਰ ਮੈਂ ਆਪਣੇ ਸਨਮਾਨ ਨੂੰ ਠੇਸ ਪੁੱਜਣ ਕਾਰਨ ਬਹੁਤ ਪਰੇਸ਼ਾਨ ਸੀ। ਉਹਨੇ ਮੈਨੂੰ ਸਲਾਹ ਦਿੱਤੀ ਕਿ ਮੈਂ ਅਦਾਕਾਰੀ ਦੇ ਖੇਤਰ 'ਚ ਅਵਸਰ ਤਲਾਸ਼ ਕਰਨ ਦੇ ਮੌਕੇ ਨਾ ਖੁੰਝਾਵਾਂ, ਪਰ ਮੈਂ ਉਸ ਥਾਂ ਨੂੰ ਛੱਡਣ ਲਈ ਪੱਕੀ ਧਾਰ ਲਈ। 1947 'ਚ ਹਿੰਦੁਸਤਾਨ ਦੇ ਮੁਸਲਮਾਨਾਂ ਨੂੰ ਹਿੰਦੁਸਤਾਨ ਛੱਡਣ ਲਈ ਮਜਬੂਰ ਕਰ ਦਿੱਤਾ ਗਿਆ। ਮੈਂ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇੰਤਜ਼ਾਮ ਕਰਕੇ ਉਸ ਸਹੇਲੀ ਦੀ ਮਦਦ ਨਾਲ ਸਰਹੱਦ 'ਤੇ ਪਹੁੰਚ ਗਈ। ਮੇਰੇ ਕੋਲ ਕੇਵਲ 300 ਰੁਪਏ ਸੀ ਤੇ ਮੈਂ ਰੱਬ ਦੀ ਮਿਹਰ 'ਤੇ ਸੀ। ਮੈਂ ਕਰਾਚੀ ਪਹੁੰਚ ਗਈ ਕਿਉਂਕਿ ਮੈਂ ਆਪਣੇ ਘਰ ਵਾਪਸ ਨਹੀਂ ਸੀ ਜਾ ਸਕਦੀ। ਅਖੀਰ 'ਚ ਇੱਕ ਬਜ਼ੁਰਗ ਔਰਤ ਰਹਿਮ ਦਾ ਫਰਿਸ਼ਤਾ ਬਣ ਕੇ ਮੇਰੇ ਕੋਲ ਆਈ। ਉਹਨੇ ਮੈਨੂੰ ਆਪਣੀ ਧੀ ਵਜੋਂ ਅਪਣਾ ਲਿਆ। ਮੇਰੇ ਕੋਲ ਜੋ ਪੈਸੇ ਸੀ ਮੈਂ ਉਹਨੂੰ ਦੇ ਦਿੱਤੇ। ਮੈਂ ਉਹਨੂੰ ਕਈ ਵਾਰ ਕਿਹਾ ਕਿ ਮੈਨੂੰ ਕਿਸੇ ਸਕੂਲ 'ਚ ਨੌਕਰੀ ਲੱਭ ਦੇਵੇ, ਪਰ ਉਹ ਮੇਰੀ ਬੇਨਤੀ ਨੂੰ ਕੋਈ ਨਾ ਕੋਈ ਬਹਾਨਾ ਲਾ ਕੇ ਟਾਲ ਦਿੰਦੀ। ਅਜੇ 1 ਮਹੀਨਾ ਵੀ ਨਹੀਂ ਸੀ ਗੁਜ਼ਰਿਆ ਜਦੋਂ ਉਹਨੇ ਮੈਨੂੰ ਦੱਸਿਆ ਕਿ ਹਿੰਸਾ ਵੱਧ ਰਹੀ ਹੈ। ਲੋਕਾਂ ਨੂੰ ਆਪਣੀ ਜ਼ਿੰਦਗੀ ਤੇ ਸਨਮਾਨ ਦੀ ਚਿੰਤਾ ਹੈ। ਚੰਗੇ ਤੇ ਮਾੜੇ 'ਚ ਕੋਈ ਭਿੰਨ ਭੇਦ ਨਹੀਂ ਸੀ ਰਿਹਾ। ਕੁੜੀਆਂ ਨੂੰ ਅਗਵਾ ਕੀਤਾ ਗਿਆ। ਉਹਨੇ ਮੈਨੂੰ ਆਪਣੀ ਲੜਕੀ ਕੋਲ ਭੇਜਣ ਦਾ ਫੈਸਲਾ ਕਰ ਲਿਆ, ਜਿੱਥੇ ਘੱਟੋ ਘੱਟ ਮੇਰੀ ਇੱਜ਼ਤ ਤਾਂ ਸੁਰੱਖਿਅਤ ਰਹੇਗੀ। ਉਹਦਾ ਕੋਈ ਮਰਦਾਨਾ ਸਹਾਰਾ ਨਹੀਂ ਸੀ। ਮੈਂ ਉਹਦੀ ਧੀ ਬਾਰੇ ਸੁਣ ਕੇ ਹੈਰਾਨ ਰਹਿ ਗਈ। ਚਲੋ ਠੀਕ ਹੈ। ਇੱਕ ਦਿਨ ਮੈਨੂੰ ਇੱਕ ਕਾਰ 'ਚ ਬਿਠਾਇਆ ਗਿਆ ਜਿਸ 'ਚ 2 ਆਦਮੀ ਸੀ। ਉਹਨੇ ਮੈਨੂੰ ਦੱਸਿਆ ਕਿ ਇਹਨਾਂ 'ਚੋਂ ਇੱਕ ਉਹਦਾ ਉਸ ਦਾਮਾਦ ਹੈ, ਦੂਜਾ ਉਹਦੀ ਲੜਕੀ ਦਾ ਦੇਵਰ। ਉਹਦੀ ਲੜਕੀ ਦੀ ਮਿਲ ਸੀ, ਆਪਣੀ ਕਾਰ ਤੇ ਬੰਗਲਾ ਸੀ। ਜਦੋਂ ਹਾਲਾਤ ਸੁਧਰ ਗਏ ਤਾਂ ਮੈਨੂੰ ਵਾਪਸ ਲੈ ਆਏਗੀ। ਅਸੀਂ ਅਜੇ 2 ਕੁ ਫਰਲਾਂਗ ਹੀ ਗਏ ਹੋਵਾਂਗੇ ਕਿ ਉਹ ਹੰਝੂ ਭਰੀਆਂ ਅੱਖਾਂ ਨਾਲ ਕਾਰ 'ਚੋਂ ਉਤਰ ਗਈ। ਮੈਂ 2 ਆਦਮੀਆਂ ਨਾਲ ਇਕੱਲੀ ਰਹਿ ਗਈ। ਗੱਡੀ ਇੱਕ 3 ਮੰਜ਼ਿਲਾ ਇਮਾਰਤ ਕੋਲ ਰੁਕੀ। ਮੈਨੂੰ ਬਾਹਰ ਆਉਣ ਲਈ ਕਿਹਾ ਗਿਆ। ਬੰਗਲੇ ਨੂੰ ਦੇਖ ਕੇ ਮੈਂ ਭਬੱਤਰ ਗਈ। ਆ ਜਾ, ਕੀ ਵੇਖਦੀ ਪਈ ਹੈ? ਬੁੱਢੀ ਔਰਤ ਦਾ ਜਵਾਈ ਦੇਖਦਾ ਹੋਇਆ ਬੋਲਿਆ। ਮੈਂ ਉਹਨਾਂ ਦੇ ਪਿੱਛੇ ਟੁਰ ਪਈ ਤੇ ਅਸੀਂ ਦੂਜੀ ਮੰਜ਼ਿਲ 'ਤੇ ਚਲੇ ਗਏ। ਉੱਥੇ ਸਾਨੂੰ ਬੈਠਣ ਲਈ ਆਖਿਆ ਗਿਆ। ਇੱਕ ਵਡੇਰੀ ਉਮਰ ਦੀ ਔਰਤ ਦੂਜੇ ਦਰਵਾਜ਼ੇ ਰਾਹੀਂ ਅੰਦਰ ਆਈ। ਕੁਲਸੋਮ, ਇਹ ਤੇਰੀ ਨਿਗਰਾਨੀ 'ਚ ਹੈ, ਇਹਦਾ ਖਿਆਲ ਰੱਖਣਾ। ਮੈਂ ਸੋਚਿਆ ਉਹਦੀ ਪਤਨੀ ਹੋਏਗੀ। ਪਰ ਤੈਨੂੰ ਪਤਾ ਹੈ ਉਹ ਕੌਣ ਸੀ? ਨਹੀਂ, ਮੈਂ ਆਖਿਆ। ਉਹ ਪੇਸ਼ਾਵਰ ਵੇਸਵਾਵਾਂ ਸਨ। ਪੇਸ਼ਾਵਰ ਵੇਸਵਾਵਾਂ? ਲੜਕੀਆਂ ਖਰੀਦ ਕੇ ਉਹਨਾਂ ਨੂੰ ਨੱਚਣਾ ਗਾਉਣਾ ਸਿਖਾਉਣਾ ਤੇ ਫਿਰ ਉਹਨਾਂ ਦਾ ਇਸਤੇਮਾਲ ਪੈਸੇ ਕਮਾਉਣ ਲਈ ਕਰਨਾ, ਇਹ ਉਹਨਾਂ ਦਾ ਧੰਦਾ ਸੀ। ਮੈਂ ਬਹੁਤ ਜੱਦੋ-ਜਹਿਦ ਕੀਤੀ। ਮੈਂ ਮਰਨ ਦੀ ਕੋਸ਼ਿਸ਼ ਕੀਤੀ। ਉਸ ਬੁੱਢੀ ਜਾਦੂਗਰਨੀ ਦੁਆਰਾ ਮੈਨੂੰ 600 ਰੁਪਏ 'ਚ ਵੇਚ ਦਿੱਤਾ ਗਿਆ। ਮੇਰੀ ਮਾਰ ਕੁਟਾਈ ਕੀਤੀ ਗਈ। ਮੈਨੂੰ ਨੱਚਣ ਤੇ ਗਾਉਣ ਲਈ ਮਜਬੂਰ ਕੀਤਾ ਗਿਆ। ਕੁਝ ਦਿਨਾਂ 'ਚ ਉਹਨਾਂ ਨੇ ਮੇਰੀ ਅਸਮਤ ਦਾ ਵੀ ਸੌਦਾ ਕਰ ਲਿਆ। ਮੇਰੀ ਪ੍ਰਸਿੱਧੀ ਪ੍ਰਾਪਤ ਕਰਨ ਦੇ ਸੁਪਨੇ ਚਕਨਾਚੂਰ ਹੋ ਗਏ। ਬਚਣ ਦਾ ਕੋਈ ਰਾਹ ਨਹੀਂ ਸੀ। ਮੇਰੇ ਤੇ ਸਖਤ ਪਹਿਰਾ ਸੀ। ਇੱਕ ਦਿਨ ਉਹ ਵੀ ਆਇਆ ਜਦੋਂ ਇੱਕ ਮਸ਼ਹੂਰ ਡਾਇਰੈਕਟਰ ਦੇ ਪੁੱਤਰ ਨੇ ਵੇਸਵਾਵਾਂ ਦੇ ਘਰ ਆਪਣੀਆਂ ਅੱਖਾਂ ਖੋਲ੍ਹੀਆਂ। ਪਰ ਇੰਜ ਦੀਆਂ ਔਰਤਾਂ ਦੇ ਹੋਰ ਮੰਦਭਾਗੇ ਬੱਚਿਆਂ ਦੀ ਤਰ੍ਹਾਂ ਇਹਨਾਂ ਨੂੰ ਯਤੀਮਖਾਨੇ ਨਹੀਂ ਭੇਜਿਆ ਗਿਆ, ਕਿਉਂਕਿ ਉਹਦੀ ਮਾਂ ਬਹੁਤ ਖੂਬਸੂਰਤ ਸੀ ਤੇ ਉਹਦੀ ਆਵਾਜ਼ ਵੀ ਬਹੁਤ ਮਧੁਰ ਸੀ। ਉਹਨੇ ਹਜ਼ਾਰਾਂ 'ਚ ਕਮਾਈ ਕੀਤੀ ਸੀ। ਜੇ ਉਹ ਇੱਥੇ ਹੀ ਜਵਾਨ ਹੋਇਆ ਤਾਂ ਉਹ ਸੰਗੀਤ ਮਹਿਫਲਾਂ 'ਚ ਸੈਂਕੜੇ ਰੁਪਏ ਕਮਾਵੇਗਾ। ਪਰ ਅਜਿਹਾ ਨਹੀਂ ਹੋਇਆ, ਕਿਉਂਕਿ ਮੇਰੇ ਬੇਟੇ ਯੂਨਿਸ ਦਾ ਪਿਓ, ਮੇਰਾ ਹੋਣ ਵਾਲਾ ਪਤੀ, ਅਚਾਨਕ ਕੁਝ ਪਲਾਂ ਦਾ ਲੁਤਫ ਲੈਣ ਲਈ ਆ ਗਿਆ। ਮੈਂ ਉਹਦੇ ਨਾਲ ਆਪਣੀ ਜ਼ਿੰਦਗੀ ਦਾ ਸੌਦਾ ਕਰ ਲਿਆ ਤੇ ਅਸੀਂ ਭੱਜਣ ਦੀ ਯੋਜਨਾ ਬਣਾ ਲਈ। ਆਪਣੇ 5 ਸਾਲ ਦੇ ਬੱਚੇ ਸਮੇਤ ਮੈਂ ਉਹਨਾਂ ਭੇੜੀਆਂ ਦੇ ਪੰਜਿਆਂ 'ਚੋਂ ਆਜ਼ਾਦ ਹੋ ਗਈ ਤੇ ਪੇਸ਼ਾਵਰ ਆ ਗਈ। ਮੈਂ ਆਪਣੇ ਇਸ ਪਤੀ ਨਾਲ ਪਿਛਲੇ 2 ਸਾਲਾਂ ਤੋਂ ਰਹਿ ਰਹੀ ਹਾਂ ਤੇ ਪਿਛਲੇ 6 ਮਹੀਨਿਆਂ ਤੋਂ ਤੁਹਾਡੇ ਘਰ ਨੌਕਰਾਣੀ ਦਾ ਕੰਮ ਕਰ ਰਹੀ ਹਾਂ। ਪਰ ਉਸ ਜੀਵਨ ਤੇ ਇਸ ਜੀਵਨ 'ਚ ਵੱਡਾ ਫਰਕ ਮਹਿਸੂਸ ਕਰ ਰਹੀ ਹਾਂ। ਹੁਣ ਮੇਰੀ ਕਮਾਈ ਸਹੀ ਤੇ ਸਾਫ਼ ਸੁਥਰੀ ਹੈ।
ਮੇਰੇ ਮਨ 'ਤੇ ਕੋਈ ਭਾਰ ਨਹੀਂ। ਉਹ ਗੱਲਾਂ ਕਰ ਰਹੀ ਸੀ ਤੇ ਮੈਂ ਸੋਚ ਰਹੀ ਸਾਂ, ਯੂਨਸ ਭਾਰਤ ਦੇ ਮਸ਼ਹੂਰ ਡਾਇਰੈਕਟਰ ਦਾ ਪੁੱਤਰ, ਆਲੀਸ਼ਾਨ ਬੰਗਲਿਆਂ, ਮਹਿੰਗੀਆਂ ਕਾਰਾਂ, ਲੱਖਾਂ ਅਰਬਾਂ ਦੀ ਜਾਇਦਾਦ ਦੇ ਮਾਲਕ ਦਾ ਪੁੱਤਰ ਹੁਣ ਬੂਟ ਪਾਲਿਸ਼ ਕਰਨ ਵਾਲੇ ਦਾ ਪੁੱਤਰ ਅਖਵਾਉਂਦਾ ਹੈ। ਉਹ ਆਪਣੇ ਬਾਪ ਵਾਂਗ 2 ਆਨਿਆਂ ਲਈ ਹੋਛਾ ਕੰਮ ਕਰਦਾ ਹੈ। ਉਹ ਭਾਰੇ ਭਾਰੇ ਜੁੱਤਿਆਂ ਨੂੰ ਆਪਣੇ ਮਲੂਕ ਹੱਥਾਂ 'ਚ ਫੜਦਾ ਹੈ ਤੇ ਸਾਫ਼ ਕਰਦਾ ਹੈ। ਯੂਨਸ ਮੇਰਾ ਭਰਾ ਹੈ। ਯੂਨਸ ਦੀ ਦੇਖਭਾਲ ਕਰਨੀ ਮੇਰਾ ਫਰਜ਼ ਹੈ। ਮੈਂ ਯੂਨਸ ਦਾ ਪਾਲਣ ਪੋਸ਼ਣ ਕਰਾਂਗੀ। ਬੀਬੀ, ਮੈਨੂੰ ਅਹਿਸਾਸ ਹੋਇਆ ਕਿ ਸਬਰੋ ਆਂਟੀ ਮੇਰੇ ਪੈਰਾਂ 'ਤੇ ਡਿੱਗ ਕੇ ਰੋ ਰਹੀ ਹੈ। ਮੈਂ ਤੁਹਾਡੇ ਪੈਰਾਂ ਦੀ ਖਾਕ ਹਾਂ। ਮੈਂ ਤੁਹਾਡੀ ਨੌਕਰਾਣੀ ਹਾਂ। ਇੱਕ ਨੌਕਰਾਣੀ ਦਾ ਲੜਕਾ ਤੁਹਾਡਾ ਭਰਾ ਅਖਵਾਉਣ ਦੇ ਕਾਬਿਲ ਨਹੀਂ ਹੈ। ਯੂਨਸ ਹੁਣ ਮੇਰਾ ਦੂਜਾ ਭਰਾ ਹੈ। ਉਹਦੀ ਮਾਂ ਸਬਰੋ ਹੁਣ ਵੀ ਸਾਡੇ ਘਰ ਕੰਮ ਕਰਦੀ ਹੈ। ਜੇ ਸਬਰੋ ਨੇ ਮੇਰੇ ਕੋਲੋਂ ਵਚਨ ਨਾ ਲਿਆ ਹੁੰਦਾ ਤਾਂ ਉਹ ਟੀਚਰ ਜਾਂ ਨਰਸ ਹੁੰਦੀ ਤੇ ਆਰਾਮਦਾਇਕ ਜ਼ਿੰਦਗੀ ਗੁਜ਼ਾਰ ਰਹੀ ਹੁੰਦੀ। ਹੁਣ ਮੈਂ ਉਹਨੂੰ ਆਪਣੇ ਕੰਮ ਕਰਨ ਲਈ ਨਹੀਂ ਕਹਿੰਦੀ। ਉਹ ਮੇਰੇ ਲਈ ਨੂਰੀ ਹੈ। ਜਦੋਂ ਉਹ ਕੰਮ ਕਰਦੇ ਸਮੇਂ ਮੇਰੀ ਮਾਂ ਕੋਲੋਂ ਕੁਰਾਨ ਸ਼ਰੀਫ ਪੜ੍ਹਨਾ ਸਿੱਖਦੀ ਹੈ, ਮੈਂ ਸੋਚਦੀ ਹਾਂ ਕਿ ਉਹ ਸਾਡੇ ਲਈ ਮਧੂਬਾਲਾ, ਨਰਗਿਸ ਜਾਂ ਨਿੰਮੀ ਹੈ। ਧੰਨਵਾਦ।